ਸਤਿ ਸ਼੍ਰੀ ਅਕਾਲ ਸਟੂਡੈਂਟਸ, ਹੋਪ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਕੁਝ ਕੇ ਅਕਾਊਂਟਸ ਤਾਂ ਹੈਗੇ ਆ ਜਿਹੜੇ ਹਰ ਵਾਰ ਮੈਸੇਜ ਕਰਦੇ ਆ, ਕਮੈਂਟਸ ਕਰਦੇ ਆ ਕਿ ਸਰ ਇਸ ਟੌਪਿਕ ਤੇ ਵੀਡੀਓ ਬਣਾਓ, ਔਰ ਦਿਲੋਂ ਦੱਸਾਂ ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿ ਤੁਸੀਂ ਮੋਟੀਵੇਟ ਕਰਦੇ ਹੋ ਮੈਨੂੰ ਕਿ ਤੁਹਾਡੇ ਲਈ ਨਵੀਆਂ ਵੀਡੀਓਜ਼ ਲੈ ਕੇ ਆਵਾਂ। ਸੋ ਸਟੂਡੈਂਟ, ਅੱਜ ਫੇਰ ਮੈਂ ਤੁਹਾਡੀ ਡਿਮਾਂਡ ਦੇ ਉੱਤੇ ਇੱਕ ਵੀਡੀਓ ਲੈ ਕੇ ਆਇਆ, ਜਿਸ ਵੀਡੀਓ ਦੇ ਵਿੱਚ ਅਸੀਂ ਖਾਸ ਕਰਕੇ ਗੱਲ ਕਰਾਂਗੇ ਰੀਡਿੰਗ ਦੀ। ਅੱਜ ਦੀ ਇਸ ਵੀਡੀਓ ਦੇ ਵਿੱਚ ਰੀਡਿੰਗ ਦੀ ਗੱਲ ਕਰਾਂਗੇ, ਔਰ ਰੀਡਿੰਗ ਦੇ ਵਿੱਚ ਖਾਸ ਕਰਕੇ ਕੰਪਲੀਸ਼ਨ ਆਫ ਸਮਰੀ ਵਿਦ ਲਿਸਟ ਆਫ ਵਰਡਸ, ਮੀਨਸ ਕਿ ਆਪਸ਼ਨਸ ਸਾਨੂੰ ਦਿੱਤੇ ਹੁੰਦੇ ਆ, ਔਰ ਆਪਸ਼ਨਸ ਪੈਸੇਜ ਦੇ ਵਿੱਚ ਨਾ ਦਿੱਤੇ ਹੋਣ ਕਰਕੇ, ਸਿਨੋਨਿਮਸ ਦਿੱਤੇ ਹੋਣ ਕਰਕੇ ਸਟੂਡੈਂਟਸ ਨੂੰ ਅਕਸਰ ਇਹਦੇ ਵਿੱਚ ਪ੍ਰੋਬਲਮ ਹੁੰਦੀ ਹੈ। ਵੀਡੀਓ ਦੇ ਵਿੱਚ ਆਪਣਾ ਤਜਰਬਾ ਸ਼ੇਅਰ ਕਰੂੰਗਾ ਕਿ ਇਹ ਵਾਲੇ ਕੁਐਸਚਨਸ ਨੂੰ ਮੈਂ ਅਟੈਂਪਟ ਕਿਵੇਂ ਕਰਦਾ, ਈਜ਼ੀਲੀ ਹੋ ਸਕਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਟੂਡੈਂਟ ਦੋ ਮੈਥਡ ਮੈਂ ਡਿਸਕਸ ਕਰਨੇ ਆ। ਪਹਿਲਾ ਮੈਥਡ ਉਹ ਮੈਥਡ ਜਿਹੜਾ ਮੈਂ ਖੁਦ ਯੂਜ਼ ਕਰਦਾ, ਦੂਸਰਾ ਮੈਥਡ ਜਿਹੜਾ ਪਹਿਲੇ ਦੇ ਨਾ ਚੱਲਣ ਤੇ ਫਿਰ ਸਾਨੂੰ ਕਰਨਾ ਹੀ ਪੈਣਾ। ਸੋ ਦੋਨੋਂ ਆਪਸ਼ਨ ਜਿਹੜੇ ਅੱਜ ਆਪਾਂ ਦੇਖਾਂਗੇ। ਸੋ ਟਾਈਮ ਨਹੀਂ ਵੇਸਟ ਕਰਦੇ ਸਟੂਡੈਂਟਸ, ਸਟਾਰਟ ਕਰਦੇ ਆ ਕਿਵੇਂ ਆਪਾਂ ਕੰਪਲੀਸ਼ਨ ਆਫ ਸਮਰੀ ਨੂੰ ਕਰਨਾ ਰੀਡਿੰਗ ਦੇ ਵਿੱਚ। ਸੋ ਲੈਟਸ ਗੈਟ ਸਟਾਰਟਡ। ਇਹ ਵਾਲੇ ਕੁਐਸਚਨ ਜ਼ਿਆਦਾਤਰ ਜੋ ਮੈਂ ਆਪਣੀ ਲਾਈਫ ਦੇ ਵਿੱਚ ਜਾਂ ਹੁਣ ਤੱਕ ਮੈਂ ਐਕਸਪੀਰੀਅੰਸ ਕੀਤਾ ਆ, ਵੀ ਜੇ ਮੈਂ 500 ਰੀਡਿੰਗ 500-400 ਰੀਡਿੰਗ ਕਰ ਲਈ ਹੋਊਗੀ, ਤੇ ਉਹਦੇ ਵਿੱਚ ਮੈਂ ਬਹੁਤ ਵਾਰੀ ਦੇਖ ਲਿਆ ਕਿ ਇਹ ਜਿਹੜੇ ਕੁਐਸਚਨ ਆ 90% ਤੁਹਾਨੂੰ ਥਰਡ ਪੈਸੇਜ ਦੇ ਵਿੱਚ ਦੇਖਣ ਨੂੰ ਮਿਲਨੇ ਆ। ਔਰ ਥਰਡ ਪੈਸੇਜ ਦੇ ਵਿੱਚ ਜੇਕਰ ਦੇਖਣ ਨੂੰ ਮਿਲਦੇ, ਸਟੂਡੈਂਟ ਨੂੰ ਕੀ ਇਹ ਟਾਈਮ ਆਲਰੇਡੀ ਬਹੁਤ ਘੱਟ ਹੁੰਦਾ, ਇੰਨਾ ਟਾਈਮ ਨਹੀਂ ਹੁੰਦਾ ਪੜ੍ਹਨ ਦਾ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਗਜ਼ਾਮੀਨਰ ਜੇ ਕੁਐਸਚਨ ਇਹ ਵਾਲੇ ਤੁਹਾਨੂੰ ਥਰਡ ਪੈਸੇਜ ਦੇ ਵਿੱਚ ਦੇ ਰਿਹਾ ਆ, ਤੇ ਇਹਨਾਂ ਨੂੰ ਉਨਾ ਹੀ ਈਜ਼ੀਲੀ ਵੀ ਕੀਤਾ ਜਾ ਸਕਦਾ ਆ। ਸੋ ਕਿਉਂ, ਉਹ ਮੈਂ ਤੁਹਾਨੂੰ ਹੁਣੇ ਹੀ ਦੱਸੂਗਾ ਇਸ ਵੀਡੀਓ ਦੇ ਵਿੱਚ। ਬਿਕੋਜ਼ ਜਦੋਂ ਅਸੀਂ ਇਹਨਾਂ ਕੁਐਸਚਨਸ ਨੂੰ ਗ੍ਰਾਮਰ ਦੀ ਹੈਲਪ ਦੇ ਨਾਲ ਕਰਾਂਗੇ ਨਾ ਸਟੂਡੈਂਟਸ, ਕਿਉਂਕਿ ਤੁਸੀਂ ਕਨਫਿਊਜ਼ ਹੁੰਦੇ ਆ ਕਿ ਸਾਨੂੰ ਹੁਣ ਇੱਥੇ ਜਿੱਦਾਂ ਅਗਰ ਗੱਲ ਕਰੀਏ, ਆਪਾਂ ਟੋਟਲ 9 ਆਪਸ਼ਨ ਦਿੱਤੇ ਆ ਵੀ 9 ਆਪਸ਼ਨ ਦੇ ਵਿੱਚੋਂ ਕਿਹੜਾ 27ਵਾਂ ਹੋਊਗਾ, ਕਿਹੜਾ 28ਵਾਂ ਹੋਊਗਾ, ਜਦ ਕਿ ਅਸੀਂ ਆਨਸਰ ਫਿਲ ਦੇਖੋ, ਅਸੀਂ ਆਨਸਰ ਫਿਲ ਕਰਨੇ ਸਟੂਡੈਂਟ ਸਿਰਫ 5 ਆਪਸ਼ਨ, ਸਾਡੇ ਕੋਲ 9, ਇਟ ਮੀਨਸ ਕਿ 4 ਆਪਸ਼ਨ ਸਾਡੇ ਕੋਲ ਐਕਸਟਰਾ ਆ। ਸੋ ਉਹ 4 ਆਪਸ਼ਨ ਐਕਸਟਰਾ ਜਿਹੜੇ ਆ ਉਹੀ ਸਾਨੂੰ ਕਨਫਿਊਜ਼ ਕਰਦੇ ਵੀ ਪਤਾ ਨਹੀਂ ਕੀ ਹੋਣਾ। ਬਟ ਮੈਂ ਜਿੱਦਾਂ ਇਹ ਕੁਐਸਚਨ ਕਰਦਾ ਹੁੰਦਾ, ਹਮੇਸ਼ਾ ਮੈਂ ਮੈਥਡ ਲਗਾਉਂਦਾ ਗ੍ਰਾਮੈਟੀਕਲ ਦਾ, ਗ੍ਰਾਮਰ ਦਾ ਮੈਥਡ। ਸੋ ਕਿਵੇਂ ਉਹ ਕਰਨਾ ਉਹ ਆਪਾਂ ਦੇਖਦੇ ਹਾਂ। ਉਹਦੇ ਨਾਲ ਹੋਣਾ ਕੀ ਸਟੂਡੈਂਟਸ, ਮੈਂ ਆਪਸ਼ਨਸ ਜਿਹੜੇ 9 ਦੇ 9 ਆ ਨਾ, ਹੁਣ ਮੰਨ ਲਓ 27th ਕੁਐਸਚਨ ਆ, ਅਗਰ ਇਹਨੂੰ ਮੈਂ ਗ੍ਰਾਮੈਟੀਕਲੀ ਪੜ੍ਹ ਕੇ ਆਉਂਗਾ ਤਾਂ ਮੈਨੂੰ ਪਤਾ ਇੱਥੇ ਕੀ ਲੱਗ ਸਕਦਾ ਹੈ। ਤਾਂ ਉਹਦੇ ਨਾਲ ਕੀ ਹੋਊਗਾ, ਮੇਰੇ 9 ਦੇ ਵਿੱਚੋਂ ਆਪਸ਼ਨ ਜਿਹੜੇ ਘਟ ਕੇ ਬਹੁਤ ਲਿਮਟਿਡ ਰਹਿ ਜਾਣੇ ਆ, ਤੇ ਮੇਰਾ ਉਹਦੇ ਲਈ ਆਨਸਰ, ਉਹਦੇ ਨਾਲ ਮੇਰਾ ਆਨਸਰ ਲਾਉਣਾ ਬਹੁਤ ਈਜ਼ੀ ਹੋ ਜਾਣਾ। ਸੋ ਸਟਾਰਟ ਕਰਦੇ ਹਾਂ ਆਪਾਂ, ਟਾਈਮ ਨਹੀਂ ਵੇਸਟ ਕਰਦੇ। ਪਹਿਲਾ ਕੁਐਸਚਨ ਪੜ੍ਹਨੇ ਆ, ਬਿਲਕੁਲ ਪੈਸੇਜ ਤੇ ਨਹੀਂ ਜਾਣਾ ਹੈਗਾ। Many big businesses today are prepared to harm people and the environment in order to make money and they appear to have no dash। ਇੱਥੇ ਸਾਡਾ ਸਟੂਡੈਂਟ ਫੁੱਲ ਸਟਾਪ ਲੱਗਿਆ, ਖਿਆਲ ਰੱਖਿਓ। ਇਹਦਾ ਮੀਨਸ ਕਿ ਸਾਡਾ ਸੈਂਟੈਂਸ ਇੱਥੇ ਖਤਮ ਹੋ ਗਿਆ। ਹੁਣ ਕਹਿੰਦਾ ਕੀ ਪਿਆ ਆ ਕਿ ਬਹੁਤ ਸਾਰੇ ਜਿਹੜੇ ਵੱਡੇ ਬਿਜ਼ਨੈਸਸ ਹੈਗੇ ਆ ਉਹ ਤਿਆਰ ਆ, ਪ੍ਰਪੇਅਰਡ ਆ। ਕਿਉਂ ਤਿਆਰ ਆ? 2+V1 ਦਾ ਮਤਲਬ ਹੁੰਦਾ ਵੀ ਕਿਹੜੀ ਚੀਜ਼ ਦੇ ਲਈ ਤਿਆਰ ਆ ਉਹ। ਟੂ ਹਾਰਮ, ਨੁਕਸਾਨ ਪਹੁੰਚਾਉਣ ਲਈ, ਕਿਹਨੂੰ? ਪੀਪਲ ਨੂੰ, ਐਂਡ ਇਨਵਾਇਰਨਮੈਂਟ ਨੂੰ। ਇਨ ਆਰਡਰ ਟੂ ਦਾ ਮਤਲਬ ਕੀ ਹੁੰਦਾ ਸਟੂਡੈਂਟਸ, ਵੀ ਕਿਉਂ ਕਰਨਾ ਚਾਹੁੰਦੇ ਉਹ ਇਨਵਾਇਰਨਮੈਂਟ ਨੂੰ ਐਂਡ ਲੋਕਾਂ ਨੂੰ ਕਿਉਂ ਨੁਕਸਾਨ ਪਹੁੰਚਾ ਰਹੇ ਆ? ਟੂ ਮੇਕ ਮਨੀ, ਪੈਸਾ ਬਣਾਉਣ ਦੇ ਲਈ, ਪੈਸਾ ਕਮਾਉਣ ਦੇ ਲਈ। ਓਕੇ, ਐਂਡ ਦੇ ਅਪੀਅਰ ਟੂ ਹੈਵ ਨੋ। ਐਂਡ ਦੇ ਅਪੀਅਰ ਮੀਨਸ ਕੀ ਆ ਕਿ ਲੱਗਦਾ ਆ, ਵੀ ਇਸ ਤਰੀਕੇ ਨਾਲ ਲੱਗਦਾ। ਦੇ ਮੀਨਸ ਕਿ ਬਿਗ ਬਿਜ਼ਨੈਸਸ, ਕਿ ਬਿਗ ਬਿਜ਼ਨੈਸਸ ਅਪੀਅਰ ਟੂ ਹੈਵ ਨੋ, ਉਹਨਾਂ ਦੇ ਕੋਲ ਕੁਝ ਨਾ ਕੁਝ ਨਹੀਂ ਹੈਗਾ। ਸੋ ਓਵਰਆਲ ਮੈਨੂੰ ਲਾਈਨ ਸਮਝ ਆ ਗਈ ਆ ਵੀ ਉਹਦੇ ਕਹਿਣ ਦਾ ਮੀਨਿੰਗ ਕੀ ਆ, ਕਿ ਵੱਡੇ ਜਿਹੜੇ ਬਿਜ਼ਨੈਸ ਹੈਗੇ ਆ ਉਹ ਲੋਕਾਂ ਨੂੰ ਤੇ এনवायरमेंट ਨੂੰ ਡੈਮੇਜ ਕਰਨ ਨੂੰ, ਹਾਰਮ ਕਰਨ ਦੇ ਲਈ ਵੀ ਤਿਆਰ ਆ, ਤਾਂ ਕਿ ਉਹਨਾਂ ਦਾ ਪੈਸਾ ਬਣ ਸਕੇ, ਜਿੱਥੋਂ ਇਹ ਪਤਾ ਲੱਗਦਾ ਆ ਕਿ ਉਹਨਾਂ ਦੇ ਵਿੱਚ ਕੁਝ ਨਾ ਕੁਝ ਨਹੀਂ ਹੈਗਾ। ਹੁਣ ਚੱਲਦਾ ਸਟੂਡੈਂਟਸ ਆਪਸ਼ਨਸ ਦੇ ਉੱਤੇ। ਹੁਣ ਦੇਖੋ, ਅਗਰ ਮੈਂ ਇੱਥੇ ਫੰਡਿੰਗ ਲਿਖ ਕੇ ਦੇਖਾਂ ਤੇ ਕੀ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੇ ਕੋਲ ਫੰਡਿੰਗ ਨਹੀਂ ਹੈਗੀ, ਇਸ ਕਰਕੇ ਉਹ ਪੈਸਾ ਬਣਾਉਣ ਦੇ ਲਈ ਲੋਕਾਂ ਨੂੰ ਜਾਂ ਫਿਰ এনवायरमेंट ਨੂੰ ਹਾਰਮ ਕਰਨ ਦੇ ਲਈ ਤਿਆਰ ਬੈਠੇ ਆ? ਚਲੋ ਮੰਨ ਲੈਂਦੇ ਕਿ ਆਪਸ਼ਨ ਹੋ ਸਕਦਾ ਵੀ ਭਾਈ ਉਹਨਾਂ ਕੋਲ ਪੈਸਾ ਨਾ ਹੋਊਗਾ ਤਾਂ ਕਰਕੇ ਉਹ ਕਰਦੇ ਆ। ਨੰਬਰ 2 ਤੇ ਦੇ ਹੈਵ ਨੋ ਟਰੀਜ਼, ਆਪਸ਼ਨ ਬਣਦਾ ਸਟੂਡੈਂਟਸ? ਬਿਲਕੁਲ ਆਪਸ਼ਨ ਨਹੀਂ ਬਣਦਾ। ਨੰਬਰ 3 ਸੀ ਦੇ ਹੈਵ ਨੋ ਰੇਅਰ ਸਪੀਸੀਜ਼, ਕੋਈ ਗੱਲ ਬਣਦੀ ਆ ਕਿ ਉਹਨਾਂ ਦੇ ਕੋਲ ਪ੍ਰਜਾਤੀਆਂ ਘੱਟ ਆ? ਦੇ ਹੈਵ ਨੋ ਰੇਅਰ ਸਪੀਸੀਜ਼, ਉਹਨਾਂ ਦੇ ਕੋਲ ਜਿਹੜੀਆਂ ਰੇਅਰ ਸਪੀਸੀਜ਼ ਜਿਹੜੀਆਂ ਹੈਗੀਆਂ ਬਹੁਤ ਘੱਟ ਆ, ਉਹ ਉਹਨਾਂ ਦੇ ਕੋਲ ਘੱਟ ਆ, ਇਸ ਕਰਕੇ ਉਹ ਜੀ ਪੈਸਾ ਬਣਾਉਣ ਲਈ ਲੋਕਾਂ ਨੂੰ ਤੇ এনवायरमेंट ਨੂੰ ਹਾਰਮ ਕਰਦੇ। ਆਪਸ਼ਨ ਨਹੀਂ ਸੂਟ ਕਰ ਰਿਹਾ। ਨੰਬਰ 4 ਮੋਰਲ ਸਟੈਂਡਰਡਸ। ਮੋਰਲ ਸਟੈਂਡਰਡਸ ਮੀਨਸ ਕੀ ਹੁੰਦਾ ਕਿ ਨੈਤਿਕ ਤੌਰ ਤੇ ਅਸੀਂ ਜਿੱਦਾਂ ਸਮਾਜ ਦੇ ਵਿੱਚ ਰਹਿੰਦੇ ਆ, ਉਹ ਚੀਜ਼ ਦੀ ਉਹਨਾਂ ਦੇ ਵਿੱਚ ਕਮੀ ਆ। ਡੈਫੀਨੇਟਲੀ ਆਪਸ਼ਨ ਬਣ ਸਕਦਾ ਹੈ ਵੀ।
ਅੱਗੇ ਚਲੀਏ ਈ ਦੇ ਉੱਤੇ ਦੇ ਅਪੀਅਰ ਟੂ ਹੈਵ ਨੋ ਕੰਟਰੋਲ। ਅਸੀਂ ਕਹਿ ਸਕਦੇ ਚਲੋ ਉਹਨਾਂ ਦੇ ਕੋਲ ਕੰਟਰੋਲ ਨਹੀਂ ਹੈਗਾ, ਬਟ ਗੱਲ ਨਹੀਂ ਬਣ ਰਹੀ ਕਿ ਵੱਡੀਆਂ ਕੰਪਨੀਆਂ ਆਪਣਾ ਪੈਸਾ ਬਣਾਉਣ ਲਈ ਲੋਕਾਂ ਨੂੰ ਤੇ এনवायरमेंट ਨੂੰ ਹਾਰਮ ਕਰਦੀਆਂ, ਇਦਾਂ ਲੱਗਦਾ ਕਿ ਉਹਨਾਂ ਦੇ ਕੋਲ ਕੋਈ ਕੰਟਰੋਲ ਨਹੀਂ ਹੈਗਾ। ਕੰਟਰੋਲ ਤਾਂ ਸਾਰਾ ਉਹਨਾਂ ਦੇ ਕੋਲ ਹੀ ਹੈ, ਕਿਉਂਕਿ ਹਾਰਮ ਕਰ ਰਹੇ, ਇਟ ਮੀਨਸ ਕਿ ਆਹ ਆਪਸ਼ਨ ਜਿਹੜਾ ਨਹੀਂ ਬਣਨਾ। ਐਂਡ ਨੈਕਸਟ ਦੇ ਹੈਵ ਨੋ ਇਨਵੋਲਵਮੈਂਟ ਤਾਂ ਉਹਨਾਂ ਦੀ ਹੈਗੀ ਆ, ਤੇ ਇਸ ਕਰਕੇ ਸਟੂਡੈਂਟ ਇਹ ਵੀ ਆਨਸਰ ਨਹੀਂ ਬਣਨਾ। ਇਨਵੋਲਵ ਤਾਂ ਆਲਰੇਡੀ ਹੈਗੇ, এনवायरमेंट ਐਂਡ ਪੀਪਲ ਨੂੰ ਡੈਮੇਜ ਕਰ ਰਹੇ ਆ ਉਹ, ਸੋ ਇਟ ਮੀਨਸ ਕਿ ਮੇਰਾ ਆ ਵੀ ਆਪਸ਼ਨ ਕੱਟਿਆ ਗਿਆ। ਨੈਕਸਟ ਦੇ ਹੈਵ ਨੋ ਫਲੱਡਿੰਗ, ਨਾਟ ਐਟ ਆਲ, ਬਿਲਕੁਲ ਹੀ ਨਹੀਂ ਬਣੂਗਾ। ਦੇ ਹੈਵ ਨੋ ਓਵਰਫਿਸ਼ਿੰਗ, ਕੋਈ ਆਪਸ਼ਨ ਦਾ ਆਨਸਰ ਨਹੀਂ ਬਣਨਾ। ਦੇ ਹੈਵ ਨੋ ਵਰਕਰ ਸਪੋਰਟ, ਦੇ ਹੈਵ ਨੋ ਵਰਕਰ ਸਪੋਰਟ, ਇਸ ਕਰਕੇ ਉਹ এনवायरमेंट ਐਂਡ ਲੋਕਾਂ ਨੂੰ ਡੈਮੇਜ ਕਰ ਰਹੇ ਪੈਸਾ ਬਣਾਉਣ ਦੇ ਲਈ। ਸਟੂਡੈਂਟਸ ਇਹ ਵੀ ਆਪਸ਼ਨ ਨਹੀਂ ਬਣੂਗਾ। ਸੋ ਹੁਣ ਤੁਸੀਂ ਕੀ ਦੇਖਿਆ, ਸਾਡੇ ਕੋਲ ਆਪਸ਼ਨ ਸੀਗੇ 9, ਬਟ ਆਪਸ਼ਨ ਜਿਹੜੇ ਸੂਟੇਬਲ ਆ, ਜਿਹੜੇ ਜਿਹੜੇ ਗ੍ਰਾਮੈਟੀਕਲ ਰੂਲਸ ਦੇ ਨਾਲ ਐਂਡ ਸੈਂਸ ਦੇ ਅਕੋਰਡਿੰਗ ਜਿਹੜੇ ਇੱਥੇ ਸੂਟ ਕਰਦੇ ਆ, ਉਹ ਆਪਸ਼ਨ ਸਿਰਫ ਸਟੂਡੈਂਟ ਸਾਡੇ ਕੋਲ 2 ਬਚਦੇ ਆ। ਠੀਕ ਹੈ ਜੀ। ਹੁਣ ਮੈਂ ਮੰਨ ਲੈਂਦਾ ਕਿ ਇੱਥੇ ਚਲੋ ਮੇਰਾ ਆਨਸਰ A ਜਾਂ ਫਿਰ D ਹੋ ਸਕਦਾ ਹੈ, ਆਪਾਂ ਇਹਨੂੰ ਆਪਸ਼ਨ ਰੱਖ ਲੈਂਦੇ ਆ। ਨੈਕਸਟ ਚੱਲਦੇ ਆ। ਲੈਕ ਆਫ ਡੈਸ਼ ਬਾਏ ਗਵਰਨਮੈਂਟਸ and lack of public dash can lead to environmental problems such as। ਹੁਣ ਦੇਖੋ ਸਟੂਡੈਂਟਸ, environmental problems ਦੀ ਐਗਜ਼ਾਮਪਲ ਦੇਣੀ ਹੈ ਇੱਥੇ, ਤੇ ਆਪਾਂ ਦੇਖਾਂਗੇ ਇਹਦੇ ਵਿੱਚੋਂ ਕਿਹੜੀਆਂ environmental problems ਹੈਗੀਆਂ ਆ। ਠੀਕ ਹੈ ਜੀ, ਉਹ ਸਾਡਾ ਆਨਸਰ ਈਜ਼ੀਲੀ ਬਣ ਜਾਣਾ। ਇਹਨੂੰ ਛੱਡ ਦਈਏ, ਫਿਲਹਾਲ ਆਪਾਂ ਉੱਪਰ ਚੱਲੀਏ ਕਿ ਲੈਕ ਆਫ ਡੈਸ਼, ਕਿਸੇ ਚੀਜ਼ ਦੀ ਕਮੀ ਆ ਗਵਰਨਮੈਂਟ ਦੇ ਦੁਆਰਾ, ਸਰਕਾਰ ਦੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਮੀ ਆ। ਦੇਖਾਂਗੇ ਕੀ ਆਪਸ਼ਨ ਬਣ ਸਕਦਾ। ਤੇ ਐਂਡ ਲੈਕ ਆਫ ਪਬਲਿਕ ਡੈਸ਼, ਪਬਲਿਕ ਦੀ ਵੀ ਕਿਸੇ ਨਾ ਕਿਸੇ ਚੀਜ਼ ਦੀ ਕਮੀ ਆ। ਕੈਨ ਲੀਡ ਟੂ এনवायरमेंटल ਪ੍ਰੋਬਲਮਸ, ਇਹ ਦੋਨਾਂ ਦੀ ਕਮੀ ਹੋਣ ਦੇ ਨਾਲ ਹੀ ਕੀ ਹੋ ਰਿਹਾ, এনवायरमेंटल ਪ੍ਰੋਬਲਮਸ ਹੋ ਰਹੀਆਂ ਆ। ਤੇ ਉਹ ਪ੍ਰੋਬਲਮਸ ਕਿਹੜੀਆਂ ਡੈਸ਼ ਐਂਡ ਡੈਸ਼, ਡਿਸਟਰਕਸ਼ਨ ਆਫ, ਕਿਸੇ ਚੀਜ਼ ਦੀ ਤਬਾਹੀ ਹੋ ਰਹੀ ਆ, ਇਹ ਆਪਾਂ ਇੱਥੇ ਲਾਉਣਾ। ਸੋ ਅਗਰ ਆਪਾਂ ਗ੍ਰਾਮੈਟੀਕਲੀ ਜਾਂ ਆਪਾਂ ਥੋੜੀ ਸੈਂਸ ਨਾਲ ਸੋਚ ਕੇ ਚੱਲੀਏ, ਤੇ ਇੱਥੋਂ ਸਾਡੇ ਸਟੂਡੈਂਟਸ, ਮੈਂ ਕਹੂੰਗਾ ਇਹਨਾਂ 5 ਕੁਐਸਚਨਸ ਦੇ ਵਿੱਚੋਂ 3 ਕੁਐਸਚਨ ਇਹੋ ਜਿਹੇ ਆ ਜਿਹੜੇ ਤੁਸੀਂ ਬਿਨਾਂ ਪੜ੍ਹਿਆ, ਬਿਨਾਂ ਪੈਸੇ ਦੇਖਿਆ ਲਗਾ ਸਕਦੇ ਆ। ਤੁਹਾਡੇ ਕੋਲ ਬੇਸ਼ੱਕ ਜਿੰਨਾ ਮਰਜ਼ੀ ਘੱਟ ਟਾਈਮ ਹੋਵੇ। ਦੇਖਦੇ ਹਾਂ ਹੁਣ ਆਪਾਂ। ਸੋ ਲੈਕ ਆਫ ਡੈਸ਼ ਬਾਈ ਗਵਰਨਮੈਂਟਸ, ਅਗਰ ਆਪਾਂ ਦੇਖੀਏ ਵੀ ਗਵਰਨਮੈਂਟ ਦੀ ਕਮੀ ਕਾਹਦੀ ਹੋ ਸਕਦੀ ਆ, ਗਵਰਨਮੈਂਟ ਦੇ ਕੋਲ ਫੰਡਿੰਗ ਦੀ ਕਮੀ ਹੋ ਸਕਦੀ ਆ, ਬਿਲਕੁਲ ਹੋ ਸਕਦੀ ਆ ਜੀ, ਕਹਿ ਸਕਦੇ ਆ ਆਪਾਂ। ਗਵਰਨਮੈਂਟ ਦੇ ਕੋਲ ਟਰੀ ਦੀ ਕਮੀ ਹੋ ਸਕਦੀ ਆ, ਨੋ ਆਪਸ਼ਨ। ਗਵਰਨਮੈਂਟ ਦੇ ਕੋਲ ਰੇਅਰ ਸਪੀਸੀਜ਼ ਦੀ ਕਮੀ ਹੋ ਸਕਦੀ ਆ, ਸੂਟ ਨਹੀਂ ਕਰਦਾ। ਗਵਰਨਮੈਂਟ ਦੇ ਕੋਲ ਮੋਰਲ ਸਟੈਂਡਰਡਸ ਦੀ ਕਮੀ ਹੋ ਸਕਦੀ ਆ, ਇਹ ਆਪਸ਼ਨ ਹੋ ਸਕਦਾ, ਮੰਨ ਲੈਂਦੇ ਆਪਾਂ। ਗਵਰਨਮੈਂਟ ਦੇ ਕੋਲ ਕੰਟਰੋਲ, ਸਰਕਾਰ ਦਾ ਕਿਸੇ ਵੀ ਚੀਜ਼ ਦੇ ਉੱਤੇ ਕੰਟਰੋਲ ਤਾਂ ਹੁੰਦਾ ਹੀ ਹੁੰਦਾ। ਇਹਦਾ ਮਤਲਬ ਕੀ ਆ ਕਿ ਮੇਰਾ ਇੱਥੇ ਇੱਕ ਆਪਸ਼ਨ ਮੈਨੂੰ ਮਿਲ ਗਿਆ ਵੀ E ਹੋ ਸਕਦਾ ਹੈ, ਕਿਉਂਕਿ ਸਰਕਾਰ ਦਾ ਕੰਟਰੋਲ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਹੁੰਦਾ ਆ ਹਮੇਸ਼ਾ। ਉਸ ਤੋਂ ਬਾਅਦ ਹੋਰ ਵੀ ਦੇਖ ਲਈਏ ਆਪਾਂ, ਲੈਕ ਆਫ ਇਨਵੋਲਵਮੈਂਟ ਬਾਏ ਗਵਰਨਮੈਂਟ, ਬਿਲਕੁਲ ਇਨਵੋਲਵਮੈਂਟ ਵੀ ਹੋ ਸਕਦਾ, ਮੈਂ ਕਹੂੰਗਾ ਇੱਥੇ F ਲਿਖ ਲੈਂਦਾ ਮੈਂ ਇਹਦੇ ਲਈ। ਗਵਰਨਮੈਂਟ ਦੇ ਲੈਕ ਆਫ ਫਲੱਡਿੰਗ ਨਹੀਂ ਹੋ ਸਕਦਾ, ਲੈਕ ਆਫ ਓਵਰਫਿਸ਼ਿੰਗ ਨਹੀਂ ਹੋ ਸਕਦਾ, ਲੈਕ ਆਫ ਵਰਕਰ ਸਪੋਰਟ ਹੋ ਸਕਦਾ ਆ। ਸੋ ਇਹਦਾ ਮਤਲਬ ਕੀ ਆ, 28ਵੇਂ ਦਾ ਆਨਸਰ ਇਹ ਵੀ ਸੂਟ ਕਰਦਾ ਆ ਕਿਤੇ ਨਾ ਕਿਤੇ, ਵੀ 3 ਆਪਸ਼ਨ। ਅਗੇਨ ਮੇਰੇ ਕਹਿਣ ਦਾ ਮਤਲਬ ਆ ਕਿ ਸਾਡੇ ਤੋਂ 28 ਨੰਬਰ ਕੁਐਸਚਨ ਦੇ ਵਿੱਚ ਆਨਸਰ ਲਾਉਣ ਦੇ ਲਈ 9 ਆਪਸ਼ਨ ਨਹੀਂ ਹੈਗੇ, ਸਾਡੇ ਕੋਲ ਸਿਰਫ 3 ਆਪਸ਼ਨ ਆ। 27 ਨੰਬਰ ਕੁਐਸਚਨ ਦੇ ਵਿੱਚ ਆਨਸਰ ਲਾਉਣ ਲਈ ਸਾਡੇ ਕੋਲ 9 ਆਪਸ਼ਨ ਨਹੀਂ ਹੈਗੇ, ਵੀ ਜਸਟ ਹੈਵ 2 ਆਪਸ਼ਨਸ। ਠੀਕ ਆ, ਇਸ ਕਰਕੇ ਆਪਾਂ ਕਿ ਆਪਸ਼ਨ ਸਾਡੇ ਬਹੁਤ ਘੱਟ ਗਏ ਤਾਂ ਕਿ ਅਸੀਂ ਕਨਫਿਊਜ਼ ਨਾ ਹੋਈਏ। ਉਸ ਤੋਂ ਬਾਅਦ ਅਗਰ ਆਪਾਂ ਚੱਲੀਏ, ਪਬਲਿਕ ਦੀ ਕਮੀ ਕੀ ਹੋ ਸਕਦੀ, ਪਬਲਿਕ ਦੇ ਲੈਕ ਆਫ ਪਬਲਿਕ ਫੰਡਿੰਗ, ਕੁਝ ਹੋਰ ਨਹੀਂ ਹੈਗਾ। ਲੈਕ ਆਫ ਪਬਲਿਕ ਟਰੀਜ਼, ਕੁਝ ਬਣਨਾ ਨਹੀਂ। ਲੈਕ ਆਫ ਪਬਲਿਕ ਰੇਅਰ ਸਪੀਸੀਜ਼, ਬਣਨਾ ਨਹੀਂ। ਲੈਕ ਆਫ ਪਬਲਿਕ ਮੋਰਲ ਸਟੈਂਡਰਡਸ, ਦੇਖੋ ਪਬਲਿਕ ਦੇ ਨਾਲ ਮੋਰਲ ਸਟੈਂਡਰਡਸ ਲਿਖਿਆ ਨਹੀਂ ਜਾਣਾ ਗ੍ਰਾਮੈਟੀਕਲੀ, ਇਸ ਕਰਕੇ ਮੈਨੂੰ ਲੱਗਦਾ ਇਹ ਬਿਲਕੁਲ ਆਨਸਰ ਨਹੀਂ ਹੋਣਾ। ਲੈਕ ਆਫ ਪਬਲਿਕ ਕੰਟਰੋਲ, ਸਰਕਾਰ ਦਾ ਕੰਟਰੋਲ, ਪਬਲਿਕ ਦਾ ਕੰਟਰੋਲ ਨਹੀਂ ਹੋ ਸਕਦਾ, ਕੰਟਰੋਲ ਤਾਂ ਮੇਰੇ ਹਿਸਾਬ ਨਾਲ ਗਵਰਨਮੈਂਟ ਦਾ ਹੀ ਹੋਣਾ ਆ। ਲੈਕ ਆਫ ਪਬਲਿਕ ਇਨਵੋਲਵਮੈਂਟ, ਪਬਲਿਕ ਦੀ ਇਨਵੋਲਵਮੈਂਟ ਹੋ ਸਕਦੀ ਹੈ ਸਟੂਡੈਂਟ, ਆਪਸ਼ਨ ਇੱਥੇ ਸੂਟ ਕਰਦਾ ਪਿਆ ਕਿ ਪਬਲਿਕ ਇਨਵੋਲਵ ਨਹੀਂ ਹੋ ਰਹੀ। ਪਬਲਿਕ ਦੀ ਫਲੱਡਿੰਗ ਨਹੀਂ ਹੋ ਸਕਦੀ, ਪਬਲਿਕ ਦੀ ਓਵਰਫਿਸ਼ਿੰਗ ਨਹੀਂ ਹੋ ਸਕਦੀ, ਪਬਲਿਕ ਦੀ ਵਰਕਰ ਸਪੋਰਟ ਨਹੀਂ ਹੋ ਸਕਦੀ। ਸੋ ਮੈਨੂੰ ਲੱਗਦਾ ਕਿ ਮੇਰੇ ਪੋਟੈਂਸ਼ੀਅਲ ਜਿਹੜੇ ਆਨਸਰ ਹੈਗੇ ਆ ਉਹ ਮੈਂ ਇੱਥੇ ਲਿਖ ਲਏ ਆ ਕਿ ਕਿਹੜੇ ਆਨਸਰ ਬਣ ਸਕਦੇ ਆ। ਸੋ ਹੁਣ ਅਗਰ ਆਪਾਂ ਚੱਲੀਏ ਅੱਗੇ, ਵੀ ਆਹ 2 ਚੀਜ਼ਾਂ ਦੀ ਕਮੀ ਦੇ ਕਰਕੇ ਆਪਾਂ ਦੇਖ ਲਿਆ ਕਿ এনवायरमेंटल ਪ੍ਰੋਬਲਮਸ ਹੁੰਦੀਆਂ। 2 ਪ੍ਰੋਬਲਮਸ ਆਪਾਂ ਇੱਥੇ ਲਗਾਉਣੀਆਂ। এনवायरमेंटल ਪ੍ਰੋਬਲਮਸ ਕਿਹੜੀਆਂ ਸਟੂਡੈਂਟ ਹੋ ਸਕਦੀਆਂ? ਹੁਣ ਦੇਖੋ, ਫੰਡਿੰਗ ਤਾਂ এনवायरमेंटल ਪ੍ਰੋਬਲਮ ਨਹੀਂ ਹੋ ਸਕਦੀ, ਕਿਉਂਕਿ ਸੱਚ ਐਜ਼ ਲੱਗਿਆ, ਆਪਾਂ এনवायरमेंटल ਪ੍ਰੋਬਲਮ ਦੀ ਇੱਥੇ ਐਗਜ਼ਾਮਪਲ ਦੇਣੀ ਆ। ਫੰਡਿੰਗ ਨਹੀਂ ਹੋ ਸਕਦੀ। ਸੱਚ ਐਜ਼ ਟਰੀਜ਼, ਹੁਣ ਟਰੀਜ਼ এনवायरमेंटल ਪ੍ਰੋਬਲਮ ਨਹੀਂ ਹੈਗੀ, ਬਟ ਡਿਸਟਰਕਸ਼ਨ ਆਫ ਟਰੀਜ਼ এনवायरमेंटल ਪ੍ਰੋਬਲਮ ਹੈਗੀ ਆ। ਸੋ ਮੈਨੂੰ ਲੱਗਦਾ ਕਿ ਡਿਸਟਰਕਸ਼ਨ ਆਫ ਟਰੀਜ਼ ਤਾਂ ਹੋ ਸਕਦੀ ਹੈ, ਕੱਲਾ ਟਰੀਜ਼ ਇੱਥੇ ਨਹੀਂ ਲੱਗ ਸਕਦਾ, ਇਸ ਕਰਕੇ ਮੈਂ ਆਪਸ਼ਨ B ਨੂੰ ਇੱਥੇ ਆਪਸ਼ਨ ਦੇ ਵਿੱਚ ਰੱਖ ਦਿੰਦਾ ਕਿ ਮੈਨੂੰ ਲੱਗਦਾ ਹੋ ਸਕਦਾ। ਅੱਗੇ ਵੀ ਦੇਖ ਲੈਂਦੇ ਆ, ਸੱਚ ਐਜ਼ ਰੇਅਰ ਸਪੀਸੀਜ਼ ਕੋਈ ਪ੍ਰੋਬਲਮ ਥੋੜੀ ਹੈ। ਉਸ ਤੋਂ ਬਾਅਦ ਮੋਰਲ ਸਟੈਂਡਰਡਸ ਕੋਈ এনवायरमेंटल ਪ੍ਰੋਬਲਮ ਥੋੜੀ ਹੈ।
ਕੰਟਰੋਲ ਕੋਈ এনवायरमेंटल ਪ੍ਰੋਬਲਮ ਥੋੜੀ ਆ, ਜਾਂ ਆਪਾਂ ਕਹ ਲਈ ਇਨਵੋਲਵਮੈਂਟ ਕੋਈ এনवायरमेंटल ਪ੍ਰੋਬਲਮ ਨਹੀਂ ਹੈਗੀ। ਸੱਚ ਐਜ਼ ਫਲੱਡਿੰਗ ਇੱਕ এনवायरमेंटल ਪ੍ਰੋਬਲਮ ਆ। ਸੋ ਮੈਨੂੰ ਲੱਗਦਾ ਕਿ ਇੱਥੇ ਜੀ ਵੀ ਹੋ ਸਕਦਾ ਹੈ, ਕਿਉਂਕਿ ਡਿਸਟਰਕਸ਼ਨ ਆਫ ਫਲੱਡਿੰਗ ਤਾਂ ਹੋ ਨਹੀਂ ਸਕਦਾ, ਇੱਥੇ ਨਹੀਂ ਲੱਗੂਗਾ ਇਹ ਆਪਸ਼ਨ। ਸੱਚ ਐਜ਼ ਓਵਰਫਿਸ਼ਿੰਗ ਦਾ ਮਤਲਬ ਕੀ ਹੈਗਾ ਕਿ ਲੋੜ ਤੋਂ ਵੱਧ ਫਿਸ਼ਿੰਗ ਕਰੀ ਜਾਣੀ, ਜ਼ਿਆਦਾ ਮੱਛੀਆਂ ਫੜੀ ਜਾਣੀਆਂ ਜਿੰਨੀਆਂ ਸਾਨੂੰ ਫੜਨੀਆਂ ਚਾਹੀਦੀਆਂ ਤੋਂ ਜ਼ਿਆਦਾ। ਸੋ ਦਿਸ ਕੈਨ ਆਲਸੋ ਬੀ ਐਨ এনवायरमेंटल ਪ੍ਰੋਬਲਮ। ਵਰਕਰ ਸਪੋਰਟ ਤਾਂ এনवायरमेंटल ਪ੍ਰੋਬਲਮ ਨਹੀਂ ਹੋ ਸਕਦੀ। ਸੋ ਇਹ ਸੀਗੇ ਸਟੂਡੈਂਟ ਮੇਰੇ ਪੋਟੈਂਸ਼ੀਅਲ ਆਨਸਰ। ਠੀਕ ਹੈ ਜੀ, ਇਹਦੇ ਨਾਲ ਮੈਂ ਕੀਤਾ ਕੀ ਆ, ਦੇਖੋ ਇਸ ਕੁਐਸਚਨ ਦੇ ਲਈ ਮੇਰੇ ਤੋਂ ਦੋ ਆਪਸ਼ਨ ਆ, ਇਸ ਕੁਐਸਚਨ ਲਈ ਮੇਰੇ ਤੋਂ ਸਿੱਧਾ ਇੱਕ ਆਪਸ਼ਨ ਆ, ਇਹਦੇ ਲਈ ਮੇਰੇ ਤੋਂ ਦੋਨਾਂ 'ਚ ਡਾਊਟ ਆ ਵੀ ਐਫ ਇੱਥੇ ਵੀ ਹੋ ਸਕਦਾ, ਐਫ ਇੱਥੇ ਵੀ ਹੋ ਸਕਦਾ। ਬਟ ਅਗਰ ਆਪਾਂ ਦਿਮਾਗ ਲਾ ਕੇ ਚੱਲੀਏ ਤੇ ਲੈਕ ਆਫ ਕੰਟਰੋਲ ਬਾय ਗਵਰਨਮੈਂਟਸ ਦਾ ਹਮੇਸ਼ਾ ਕੰਟਰੋਲ ਹੀ ਘੱਟ ਹੋਊਗਾ, ਇਸ ਕਰਕੇ ਮੈਂ ਇੱਥੋਂ ਐਫ ਕੱਟ ਦੂੰਗਾ, ਬਿਕੋਜ਼ ਸਰਕਾਰ ਦਾ ਹਮੇਸ਼ਾ ਕੰਟਰੋਲ ਹੁੰਦਾ ਕਿਸੇ ਚੀਜ਼ ਤੇ ਲੈਕ ਆਫ ਪਬਲਿਕ ਦੀ ਇਨਵੋਲਵਮੈਂਟ ਹੀ ਬਣਨਾ ਇੱਥੇ ਡੈਫੀਨੇਟਲੀ ਸਟੂਡੈਂਟ ਇਹੀ ਆਨਸਰ ਹੋਊਗਾ। ਠੀਕ ਹੈ ਜੀ, ਉਸ ਤੋਂ ਬਾਅਦ ਅਗਰ ਆਪਾਂ ਚੱਲੀਏ ਡਿਸਟਰਕਸ਼ਨ ਆਫ, ਸਿਰਫ ਤੇ ਸਿਰਫ ਡਿਸਟਰਕਸ਼ਨ ਕਿਹਦੀ ਹੋ ਸਕਦੀ ਹੈ, ਟਰੀਜ਼ ਦੀ ਹੋ ਸਕਦੀ ਹੈ। 100% ਇਹ ਤਿੰਨੋਂ ਆਨਸਰ ਮੇਰੇ ਕਰੈਕਟ ਹੋ ਜਾਣਗੇ। ਉਸ ਤੋਂ ਬਾਅਦ ਜਿਹੜਾ ਇੱਥੇ ਸਾਡੇ ਆਪਸ਼ਨ ਆ, ਹੁਣ ਅਗਰ ਤੁਹਾਨੂੰ ਡਾਊਟ ਹੈਗਾ ਆ ਵੀ ਇੱਥੇ ਫੰਡਿੰਗ ਲਾਈਏ ਜਾਂ ਮੋਰਲ ਸਟੈਂਡਰਡਸ ਲਾਈਏ, ਦੇਖੋ ਨੈਤਿਕ ਤੌਰ ਤੇ ਆਪਾਂ ਅਗਰ ਕਹੀਏ ਤਾਂ ਕੰਪਨੀਆਂ ਜਿਹੜੀਆਂ ਲੋਕਾਂ ਨੂੰ ਬਿਲਕੁਲ ਧਿਆਨ ਨਹੀਂ ਦੇ ਰਹੀਆਂ, এনवायरमेंट ਤੇ ਬਿਲਕੁਲ ਧਿਆਨ ਨਹੀਂ ਦੇ ਰਹੀਆਂ, ਸਿਰਫ ਆਪਣਾ ਪੈਸਾ ਕਮਾਉਣ ਤੇ ਧਿਆਨ ਦੇ ਰਹੀਆਂ। ਇਟ ਮੀਨਸ ਕਿ ਉਹਨਾਂ ਦੇ ਵਿੱਚ ਨੈਤਿਕ ਤੌਰ ਤੇ ਜਿਹੜੀਆਂ ਮੋਰਲ ਜ਼ਿੰਮੇਵਾਰੀਆਂ ਹੁੰਦੀਆਂ ਉਹਨਾਂ ਦੀਆਂ, ਜਿਹੜੀਆਂ ਸਾਡੀਆਂ ਸਮਾਜ ਦੇ ਵਿੱਚ ਰਹਿਣ ਦੇ ਕਰਕੇ ਹੋਣੀਆਂ ਚਾਹੀਦੀਆਂ, ਉਹਨਾਂ ਕੋਲ ਨਹੀਂ ਹੈਗੀਆਂ। ਸੋ ਇੱਥੇ ਡੀ ਆਨਸਰ ਸਟੂਡੈਂਟਸ 99% ਸੂਟ ਕਰਦਾ ਹੈ, ਅਗਰ ਤੁਹਾਨੂੰ 1% ਡਾਊਟ ਵੀ ਹੈਗਾ ਆ ਤਾਂ। ਠੀਕ ਹੈ ਜੀ, ਸੱਚ ਐਜ਼ ਓਵਰਫਿਸ਼ਿੰਗ ਐਂਡ ਫਲੱਡਿੰਗ, ਦੋ ਆਪਸ਼ਨਸ ਇੱਥੇ ਹੈਗੇ ਆ, ਇਹ ਮੈਨੂੰ ਪੜ੍ਹ ਕੇ ਹੀ ਲਾਉਣਾ ਪੈਣਾ, ਬਿਕੋਜ਼ ਦੋਨੋਂ ਹੀ ਆਨਸਰ ਪੋਟੈਂਸ਼ੀਅਲ ਆ, ਹੋ ਸਕਦੇ ਆ। ਸੋ ਇਹ ਤਾਂ ਹੈਗਾ ਸਟੂਡੈਂਟ ਪਹਿਲਾ ਤਰੀਕਾ। ਅਗਰ ਮੈਂ ਇਹਨਾਂ ਕੁਐਸਚਨਸ ਨੂੰ ਕਰਾਂ, ਮੈਂ 3 ਆਨਸਰ ਲਗਾ ਦੇਣੇ ਸੀ ਮੇਰੇ ਕੋਲ, ਅਗਰ ਟਾਈਮ ਨਾ ਹੁੰਦਾ। ਮੈਨੂੰ ਪਤਾ ਕਿ ਇੱਥੇ ਕਿਹੜਾ ਨੈਗੇਟਿਵ ਮਾਰਕਿੰਗ ਆ, 2-3 ਆਨਸਰ ਤਾਂ ਮੇਰੇ ਇਦਾਂ ਹੀ ਸਹੀ ਹੋ ਜਾਣੇ, ਕਿਉਂਕਿ ਮੇਰੀ ਗ੍ਰਾਮਰ ਜਿਹੜੀ ਹੈ ਨਾ, ਉਹ ਮੇਰੇ ਪੁਆਇੰਟਸ ਨੂੰ ਇੱਥੇ ਸੂਟੇਬਲ ਕਰਵਾ ਰਹੀ ਆ ਵੀ ਕਿਹੜੇ ਪੁਆਇੰਟ ਇੱਥੇ ਸੂਟ ਕਰਦੇ ਆ। ਸੋ ਇਹ ਮੇਰਾ ਜਿਹੜਾ ਟ੍ਰਿਕ ਸੀਗਾ, ਇਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਸਟੂਡੈਂਟ ਸਿਰਫ ਤੁਹਾਨੂੰ ਇੰਨਾ ਆ ਕਿ ਇਹ ਵਾਲੇ ਕੁਐਸਚਨ ਤੁਹਾਨੂੰ ਥਰਡ ਪੈਸੇਜ 'ਚ ਆਉਣੇ ਆ, ਔਰ ਡੈਫੀਨੇਟਲੀ ਥਰਡ ਪੈਸੇਜ ਦੇ ਵਿੱਚ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੋਣਾ। ਤੇ ਇਹ ਵਾਲਾ ਮੇਰਾ ਤਰੀਕਾ ਅਜ਼ਮਾ ਕੇ ਦੇਖ ਲਓ, ਪ੍ਰੈਕਟਿਸ ਦੇ ਵਿੱਚ ਪਹਿਲਾਂ ਕਰਕੇ ਦੇਖੋ, ਇਹ ਨਹੀਂ ਕਿ ਜਾ ਕੇ ਸਿੱਧਾ ਪੇਪਰ 'ਚ ਕਰਨਾ, ਕਰਕੇ ਦੇਖੋ ਕਿ ਆਨਸਰ ਸਹੀ ਹੁੰਦੇ ਆ, ਜੇਕਰ ਤੁਹਾਨੂੰ ਗ੍ਰਾਮਰ ਆਉਂਦੀ ਆ। ਹਾਂ, ਜੇਕਰ ਤੁਹਾਨੂੰ ਗ੍ਰਾਮਰ ਨਹੀਂ ਆਉਂਦੀ, ਤੁਹਾਨੂੰ ਤੁਹਾਡੀ ਅੰਡਰਸਟੈਂਡਿੰਗ ਇੰਨੀ ਜ਼ਿਆਦਾ ਨਹੀਂ ਹੈਗੀ, ਤੁਹਾਨੂੰ ਇਹ ਆਨਸਰ ਪੜ੍ਹ ਕੇ ਲੱਭਣੇ ਪੈਣੇ ਆ। ਬਟ ਅਗਰ ਮੈਂ ਇਹਨਾਂ ਕੁਐਸਚਨਸ ਨੂੰ ਕਰਾਂ ਸਟੂਡੈਂਟਸ, ਤੇ ਮੈਂ ਕਹਾਂਗਾ ਕਿ ਮੈਂ 90% ਜਿਹੜੇ ਕੁਐਸਚਨ ਹੈਗੇ ਨਾ ਸਟੂਡੈਂਟ ਬਿਨਾਂ ਪੜ੍ਹਿਆ ਕਰਦਾ ਹੁੰਦਾ, ਇੰਨਾ ਟਾਈਮ ਨਹੀਂ ਹੁੰਦਾ। ਜੇ ਤੇ ਮੈਨੂੰ ਡਾਊਟ ਹੋਵੇ ਉਹਨੂੰ ਹੀ ਪੜ੍ਹਨ ਦੇ ਲਈ ਮੈਂ ਜਾਊਂਗਾ। ਚਲੋ ਜੀ, ਇਹ ਸਾਡਾ ਸਟੂਡੈਂਟ ਹੋ ਗਿਆ ਇੱਕ ਤਰੀਕਾ। ਹੋਪ ਆ ਤੁਹਾਨੂੰ ਸਮਝ ਲੱਗਿਆ ਹੋਊਗਾ, ਔਰ ਮੇਰੇ ਪੋਟੈਂਸ਼ੀਅਲ ਆਨਸਰ ਜਿਹੜੇ ਸੀਗੇ ਉਹਨਾਂ ਨੂੰ ਵੀ ਤੁਹਾਨੂੰ ਸਮਝ ਲੱਗ ਗਈ ਹੋਗੀ। ਪਹਿਲੇ ਦੇ ਵਿੱਚ ਮੈਂ ਏ ਆਨਸਰ ਲਾਇਆ ਸੀਗਾ ਜੀ, ਦੂਸਰੇ ਦੇ ਵਿੱਚ ਈ ਲਾਇਆ ਸੀ, ਤੀਸਰੇ ਦੇ ਵਿੱਚ ਮੈਂ ਲਾਇਆ ਸੀ ਐਫ ਪਬਲਿਕ ਇਨਵੋਲਵਮੈਂਟ। ਤੇ ਇਹਦੇ ਨਾਲ ਮੈਂ ਪ੍ਰੋਬਲਮਸ ਦੇ ਉੱਤੇ ਆ ਮੇਰੇ ਦੋਨੋਂ ਆਪਸ਼ਨ ਜਿਹੜੇ ਡਾਊਟ ਦੇ ਆ, ਐਂਡ ਡਿਸਟਰਕਸ਼ਨ ਆਫ ਟਰੀਜ਼ ਤਾਂ ਹੈਗਾ ਹੀ ਹੈਗਾ, ਗਰੰਟੀ ਆ। ਸੋ ਇਹਦਾ ਮਤਲਬ ਕਿ ਮੇਰੇ 3 ਆਨਸਰ ਤਾਂ ਐਕੂਰੇਟ ਹੋਣਗੇ ਬਿਲਕੁਲ। ਚੌਥਾ ਮੇਰਾ ਡਾਊਟ ਆ, ਬਟ 90% ਸਹੀ ਜਾਣਾ, ਤੇ ਇੱਥੇ ਮੇਰਾ ਡਾਊਟ ਆ, ਇਹ ਆਪਾਂ ਪੜ੍ਹ ਕੇ ਵੀ ਕਰ ਲੈਣੇ। ਸੋ ਇਹ ਇੱਕ ਤਰੀਕਾ ਸੀਗਾ ਸਟੂਡੈਂਟਸ। ਹੁਣ ਆਪਾਂ ਦੇਖਦੇ ਹਾਂ ਤਰੀਕਾ ਦੂਜਾ ਕਿ ਪੜ੍ਹ ਕੇ ਕਿੱਦਾਂ ਕਰਨੇ ਆ। ਇੱਕ ਵਾਰ ਸਟੂਡੈਂਟ ਫਿਰ ਕਹਿਣਾ ਚਾਹੁੰਦਾ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਸਟੂਡੈਂਟ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਜ਼ਰੂਰ ਕਰ ਦਿਆ ਕਰੋ। ਮੋਟੀਵੇਸ਼ਨ ਮਿਲ ਜਾਂਦਾ ਤੁਹਾਡੇ ਕਰਕੇ ਕਿ ਨਵੀਂ ਵੀਡੀਓ ਲੈ ਕੇ ਆਈਏ। ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਈਦੀ ਆ। ਹਨੇਰਾ ਹੋ ਜਾਂਦਾ ਕਈ ਵਾਰੀ, ਸੋ ਵੀਡੀਓ ਨੂੰ ਸਟੂਡੈਂਟ ਮਿਹਨਤ ਬਹੁਤ ਲੱਗਦੀ ਆ। ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਔਰ ਸ਼ੇਅਰ ਕਰ ਦਿਆ ਕਰੋ। ਸਭ ਤੋਂ ਇੰਪੋਰਟੈਂਟ ਚੀਜ਼ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮੈਨੂੰ 1000 ਸਬਸਕ੍ਰਾਈਬਰ ਤਾਂ ਕਰਕੇ ਦਿਓ ਜਲਦੀ ਤੋਂ ਜਲਦੀ। ਸੋ ਦੈਟ ਇਜ਼ ਮਾਈ ਰਿਕੁਐਸਟ। ਤਾਂ ਹੀ ਲਾਈਕ ਕਰਿਓ ਜੇਕਰ ਕੰਟੈਂਟ ਚੰਗਾ ਲੱਗਦਾ, ਤਾਂ ਹੀ ਸਬਸਕ੍ਰਾਈਬ ਕਰਿਓ ਜੇਕਰ ਕੰਟੈਂਟ ਚੰਗਾ ਲੱਗਦਾ। ਅਦਰਵਾਈਜ਼ ਬਿਲਕੁਲ ਡਿਸਲਾਈਕ ਕਰ ਦਿਓ। ਕਮੈਂਟ ਕਰਕੇ ਦੱਸਿਓ ਵੀ ਆਹ ਵਾਲੀ ਪ੍ਰੋਬਲਮ ਹੈ, ਮੈਂ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਮੇਰੀ ਇਹਦੇ ਨਾਲ ਦੀ ਨਾਲ ਐਂਡਰੋਇਡ ਐਪ ਨੂੰ ਵੀ ਜਰੂਰ ਡਾਊਨਲੋਡ ਕਰ ਲਓ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਕਿਵੇਂ ਆਪਾਂ ਕਰਨੇ ਇਹ ਵਾਲੇ ਕੁਐਸਚਨਸ। ਲੋ ਸਟੂਡੈਂਟ, ਹੁਣ ਤਰੀਕਾ ਯੂਜ਼ ਕਰਾਂਗੇ ਜੀ ਦੂਸਰੇ ਤਰੀਕੇ ਦੇ ਵਿੱਚ ਕੀ ਕਰਨਾ ਆਪਾਂ ਕਿ ਪੜ੍ਹ ਕੇ ਆਨਸਰ ਕਿੱਦਾਂ ਲਾਈਏ, ਹੁਣ ਕਿ ਪੈਸੇਜ ਦੇ ਵਿੱਚੋਂ ਕਿੱਦਾਂ ਲੱਭੀਏ। ਇੱਥੇ ਸਟੂਡੈਂਟ ਇੱਕ ਮੇਰੀ ਗੱਲ ਜਿਹੜੀ ਯਾਦ ਰੱਖਿਓ ਕਿ ਇਸ ਤਰ੍ਹਾਂ ਦੇ ਪੈਰੇ ਦੇ ਵਿੱਚ ਜੋ ਗੱਲ ਇੱਧਰ ਲਿਖੀ ਹੋਈ ਹੈ ਨਾ, ਉਹ ਡਾਇਰੈਕਟਲੀ ਇੱਧਰ ਨਹੀਂ ਲਿਖੀ ਹੋਣੀ। ਨੰਬਰ 2, ਪੈਰਾਫਰੇਜ਼ ਕੀਤਾ ਹੋ ਸਕਦਾ। ਨੰਬਰ 3, ਜਿਹੜੀ ਚੀਜ਼ ਇੱਧਰ ਪਿੱਛੇ ਲਿਖੀ ਆ ਉਹ ਚੀਜ਼ ਉੱਧਰ ਸਟਾਰਟਿੰਗ 'ਚ ਲਿਖੀ ਹੋ ਸਕਦੀ ਹੈ, ਤੇ ਜਿਹੜੀ ਚੀਜ਼ ਇੱਥੇ ਸਟਾਰਟਿੰਗ 'ਚ ਲਿਖੀ ਆ ਉਹ ਚੀਜ਼ ਉੱਧਰ ਪਿੱਛੇ ਲਿਖੀ ਹੋ ਸਕਦੀ। ਇਹ 3 ਚੀਜ਼ਾਂ ਮਾਈਂਡ 'ਚ ਰੱਖ ਕੇ ਚੱਲਣਾ ਜਦੋਂ ਵੀ ਇਸ ਤਰ੍ਹਾਂ ਦੇ ਕੁਐਸਚਨ ਅਟੈਂਪਟ ਕਰਦੇ ਆ ਕਿ ਸਿੱਧਾ ਕੁਝ ਨਹੀਂ ਮਿਲਣਾ, ਪੁੱਠਾ ਜ਼ਰੂਰ ਮਿਲ ਸਕਦਾ। ਸੋ ਹੁਣ ਆਪਾਂ ਦੇਖੀਏ, ਮੈਂ ਹਾਈਲਾਈਟ ਕਰ ਲਿਆ ਸਟੂਡੈਂਟ ਇਹਦੇ ਵਿੱਚੋਂ ਮੇਨ ਵਰਡਸ ਕੀ ਹੈਗਾ। ਬਿਗ ਬਿਜ਼ਨੈਸਿਸ ਹਾਰਮ ਪੀਪਲ। ਸਿੱਧਾ ਆਪਾਂ ਗੱਲ ਕਰੀਏ ਕਿ ਵੱਡੇ ਬਿਜ਼ਨਸ ਲੋਕਾਂ ਨੂੰ ਹਾਰਮ ਕਰਦੇ, এনवायरमेंट ਨੂੰ ਹਾਰਮ ਕਰਦੇ ਆ ਟੂ ਮੇਕ ਮਨੀ, ਪੈਸਾ ਕਮਾਉਣ ਦੇ ਲਈ। ਤੇ ਇਸ ਤਰੀਕੇ ਨਾਲ ਲੱਗਦਾ ਕਿ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਹੀਂ ਹੈਗੀ, ਸੈਂਟੈਂਸ ਖਤਮ ਹੋ ਜਾਂਦਾ। ਚਲੋ ਆਪਸ਼ਨ ਪੈਰੇ ਦੇ ਵਿੱਚ ਚਲੀਏ।
ਹੁਣ ਸਟੂਡੈਂਟ ਦੇਖੋ 27 ਨੰਬਰ ਕੁਐਸਚਨ ਤੋਂ ਸਟਾਰਟ ਹੋ ਰਿਹਾ, ਤਾਂ ਮਤਲਬ ਕਿ ਥਰਡ ਪੈਸੇਜ ਸਟਾਰਟ ਹੋ ਰਿਹਾ, ਬਿਲਕੁਲ ਸਟਾਰਟਿੰਗ ਤੋਂ ਹੀ ਪੜਾਂਗੇ ਆਪਾਂ, ਇਸ ਕਰਕੇ ਆਪਾਂ ਬਹੁਤਾ ਡਿਟੇਲ 'ਚ ਥੱਲੇ ਜਿਹੜਾ ਇਹਦੇ ਵਿੱਚ ਨਹੀਂ ਜਾਣਾ ਹੈਗਾ। ਸੋ ਹੁਣ ਅਗਰ ਆਪਾਂ ਦੇਖੀਏ ਸਟੂਡੈਂਟਸ ਬਿਗ ਬਿਜ਼ਨੈਸਿਸ ਦੀ ਗੱਲ ਕਰੀਏ, ਤੇ ਆਪਾਂ ਦੇਖੀਏ ਦੂਸਰੀ ਹੀ ਲਾਈਨ ਦੇ ਵਿੱਚ ਦਾ এনवायरमेंटल ਪ੍ਰੈਕਟਿਸਿਸ ਆਫ ਬਿਗ ਬਿਜ਼ਨੈਸਿਸ ਆਰ ਸ਼ੇਪਡ ਬਾਈ ਅ ਫੰਡਾਮੈਂਟਲ ਫੈਕਟ ਦੈਟ for many of us offense our sense of justice depending on the circumstances। ਹਾਲਾਤਾਂ ਦੇ ਅਨੁਸਾਰ a business may maximize the amount of money। ਲਓ ਜੀ, ਇੱਕ ਬਿਜ਼ਨਸ ਜਿਹੜਾ ਆ ਉਹ ਮੈਕਸਿਮਾਈਜ਼ ਕਰ ਸਕਦਾ ਕਿ ਅਮਾਉਂਟ ਆਫ ਮਨੀ ਇਟ ਮੇਕਸ। ਇਹਦਾ ਮਤਲਬ ਕਿ ਇੱਕ ਬਿਜ਼ਨਸ ਜਿੰਨਾ ਪੈਸਾ ਕਮਾਉਂਦਾ ਆ ਉਹਨੂੰ ਮੈਕਸਿਮਾਈਜ਼ ਕਰਨ ਦੀ ਕੋਸ਼ਿਸ਼ ਕਰਦਾ, ਜ਼ਿਆਦਾ ਕਰ ਸਕਦਾ ਉਹ। ਤੇ ਸਾਨੂੰ ਵੀ ਇੱਥੇ ਕੀ ਕਿਹਾ ਆ ਕਿ ਪੈਸਾ ਕਮਾਉਂਦੇ ਆ ਉਹ। ਹੁਣ ਕਿਵੇਂ? ਐਟ ਲੀਸਟ ਇਨ ਦਾ ਸ਼ਾਰਟ ਟਰਮ, ਕਹਿੰਦਾ ਕਿ ਸ਼ਾਰਟ ਟਰਮ ਦੇ ਵਿੱਚ ਉਹ ਜ਼ਿਆਦਾ ਪੈਸਾ ਕਮਾਉਣ ਦਾ ਮੀਨਸ ਕੀ ਆ, ਉਹ ਕਰ ਸਕਦੇ, ਦਾ ਮੇ ਲੱਗਿਆ ਹੋਇਆ। ਬਾਏ ਡੈਮੇਜਿੰਗ, ਹੁਣ ਬਾਏ ਆਨਸਰ ਹਮੇਸ਼ਾ ਦਿੰਦਾ ਹਾਊ ਦਾ, ਵੀ ਉਹ ਇਹ ਪੈਸਾ ਮੈਕਸਿਮਾਈਜ਼ ਕਰਨਗੇ ਕਿਵੇਂ? ਉਹ ਇਹ ਪੈਸਾ ਮੈਕਸਿਮਾਈਜ਼ ਕਰਨਗੇ ਬਾਏ ਡੈਮੇਜਿੰਗ ਦਾ এনवायरमेंट ਐਂਡ ਹਰਟਿੰਗ ਪੀਪਲ। ਲਓ ਜੀ, ਹੁਣ ਅਗਰ ਆਪਾਂ ਦੇਖੀਏ ਤਾਂ ਇੱਧਰ ਉਹਨੇ ਕਿਹਾ ਸੀ ਬਿਗ ਬਿਜ਼ਨੈਸਿਸ ਜਿਹੜੇ ਆ ਹਾਰਮ ਕਰਦੇ ਆ ਪੀਪਲ ਨੂੰ ਐਂਡ এনवायरमेंट ਨੂੰ ਆਪਣਾ ਪੈਸਾ ਕਮਾਉਣ ਲਈ। ਇੱਧਰ ਉਹਨੇ ਪਹਿਲਾਂ ਕੀ ਲਿਖਿਆ? ਉਹਨੇ ਲਿਖਿਆ ਕਿ ਬਿਜ਼ਨੈਸਿਸ ਪੈਸਾ ਕਮਾਉਣ ਦੇ ਲਈ এনवायरमेंट ਨੂੰ ਡੈਮੇਜ ਕਰਦੇ ਆ, ਲੋਕਾਂ ਨੂੰ ਹਰਟ ਕਰਦੇ ਆ। ਦੋਨੋਂ ਗੱਲਾਂ ਸਾਡੀਆਂ ਸਹੀ ਹੋ ਗਈਆਂ। ਓਕੇ, ਠੀਕ ਹੈ ਜੀ। ਹੁਣ ਹਾਲੇ ਤੱਕ ਸਾਡਾ ਆਨਸਰ ਤਾਂ ਆਇਆ ਨਹੀਂਗਾ, ਹਾਲੇ ਤੱਕ ਤਾਂ ਅਸੀਂ ਆਪਣੇ ਪਹਿਲੇ ਪੁਆਇੰਟ ਤੇ ਹੀ ਪਹੁੰਚੇ ਹਾਂ। ਹਾਲੇ ਤੱਕ ਆਪਾਂ ਇੱਥੇ ਤੱਕ ਲਾਈਨ ਪੜ੍ਹੀ ਆ, ਆਪਾਂ ਆਹ ਵਾਲੀ ਲਾਈਨ ਲੱਭਣੀ ਆ ਵੀ ਇਦਾਂ ਹੁਣ ਕਿਉਂ ਹੋ ਰਹੀ ਆ। ਠੀਕ ਹੈ ਜੀ, ਚਲਿਏ ਅੱਗੇ। That is still the case today for fishermen in an unmanaged fishery without quotas। ਓਕੇ, ਇਹ ਸੇਮ ਚੀਜ਼ ਕਹਿੰਦਾ ਫਿਸ਼ਰਮੈਨ ਇੰਡਸਟਰੀ ਦੇ ਵਿੱਚ ਵੀ ਹੋ ਰਹੀ ਆ, ਜਿਹੜੀ ਕਿ ਅਨਮੈਨੇਜਡ ਆ, ਉਹਦੇ ਉੱਤੇ ਕੋਈ ਵੀ ਮੈਨੇਜਮੈਂਟ ਨਹੀਂ ਹੈਗੀ ਤੇ ਕੋਈ ਵੀ ਕਿਸੇ ਨੂੰ ਕੋਟਾ ਨਿਰਧਾਰਿਤ ਨਹੀਂ ਕੀਤਾ ਹੋਇਆ ਵੀ ਕਹਿਣ ਦਾ ਮਤਲਬ ਕਿੰਨੀ ਫਿਸ਼ਿੰਗ ਕਰਨੀ ਆ। ਐਂਡ ਫॉर ਇੰਟਰਨੈਸ਼ਨਲ ਲੌਗਿੰਗ ਸਟੂਡੈਂਟ ਕੀ ਹੁੰਦਾ ਹੈ ਜੀ? ਦਰਖਤਾਂ ਦਾ ਕੱਟਣਾ। ਸੋ ਇਹ ਵਰਡ ਨੂੰ ਹਾਈਲਾਈਟ ਜ਼ਰੂਰ ਕਰਾਂਗੇ ਬਿਕੋਜ਼ ਸਾਨੂੰ ਟਰੀਜ਼ ਦੀ ਡਿਸਟਰਕਸ਼ਨ ਦੀ ਗੱਲ ਵੀ ਕੀਤੀ ਸੀਗੀ ਉਹਨੇ। ਠੀਕ ਹੈ ਜੀ। ਸੋ ਇੰਟਰਨੈਸ਼ਨਲ ਲੌਗਿੰਗ ਕੰਪਨੀਜ਼ ਵਿਦ ਸ਼ਾਰਟ ਟਰਮ ਲੀਜ਼ਸ ਔਨ ਟ੍ਰੋਪੀਕਲ ਰੇਨ ਫੋਰੈਸਟਸ ਲੈਂਡ ਇਨ ਪਲੇਸਿਸ ਵਿਦ ਕਰਪਟ ਆਫੀਸ਼ੀਅਲਸ ਐਂਡ ਅਨਸੋਫਿਸਟੀਕੇਟਡ ਲੈਂਡ ਓਨਰਸ। ਠੀਕ ਹੈ ਜੀ। ਇੱਕ ਤਾਂ ਕਹਿੰਦਾ ਅਨਮੈਨੇਜਡ ਫਿਸ਼ਰੀ ਇੰਡਸਟਰੀ ਜਿਹੜੀ ਹੈਗੀ ਉਹਦੇ ਵਿੱਚ ਕੋਈ ਕੋਟਾ ਨਿਰਧਾਰਿਤ ਨਹੀਂ ਹੈਗਾ, ਇਹਦਾ ਮਤਲਬ ਇਹ ਵੀ ਇਹ ਨੁਕਸਾਨ ਕਰ ਰਿਹਾ। ਦੂਸਰੇ ਪਾਸੇ ਕਹਿੰਦਾ ਜਿਹੜੀਆਂ ਲੌਗਿੰਗ ਕੰਪਨੀਜ਼ ਹੈਗੀਆਂ ਉਹ ਵੀ ਕਰਪਟ ਆਫੀਸ਼ੀਅਲਸ ਨਾਲ ਰਲ ਕੇ ਇਸ ਤਰੀਕੇ ਦਾ ਕੰਮ ਕਰਦੀਆਂ, ਇਹਦਾ ਮੀਨਸ ਕਿ এনवायरमेंट ਨੂੰ ਡੈਮੇਜ ਕਰਦੀਆਂ। ਸੋ ਬਿਜ਼ਨੈਸਿਸ ਕਿੱਦਾਂ ਡੈਮੇਜ ਕਰਦੇ ਉਹ ਸਾਨੂੰ ਦੱਸ ਦਿੱਤਾ ਉਹਨੇ ਇੱਥੇ। ਠੀਕ ਹੈ ਜੀ। ਵੈਨ ਗਵਰਨਮੈਂਟ ਰੈਗੂਲੇਸ਼ਨ ਇਜ਼ ਇਫੈਕਟਿਵ, ਜਦੋਂ ਸਰਕਾਰ ਦੀ ਰੈਗੂਲੇਸ਼ਨ ਇਫੈਕਟਿਵ ਹੁੰਦੀ ਆ। ਐਂਡ ਵੈਨ ਦਾ ਪਬਲਿਕ ਇਜ਼ এনवायरमेंटली ਅਵੇਅਰ, ਤੇ ਜਦੋਂ ਪਬਲਿਕ ਜਿਹੜੀ ਆ ਅਵੇਅਰ ਹੁੰਦੀ ਆ। এনवायरमेंटली ਕਲੀਨ ਬਿਗ ਬਿਜ਼ਨੈਸਿਸ ਮੇ ਆਊਟ ਕੰਪੀਟ ਡਰਟੀ ਵਨਸ। ਜੇਕਰ ਸਰਕਾਰ ਦੀ ਰੈਗੂਲੇਸ਼ਨ ਇਫੈਕਟਿਵ ਹੋਵੇ ਐਂਡ ਪਬਲਿਕ ਜਿਹੜੀ এনवायरमेंटली ਅਵੇਅਰ ਹੋਵੇ, ਤੇ ਫਿਰ ਕੀ ਹੁੰਦਾ? ਜਿਹੜੀਆਂ এনवायरमेंटली ਕਲੀਨ ਬਿਗ ਬਿਜ਼ਨੈਸਿਸ ਹੈਗੇ ਆ, ਜਿਹੜੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਵਿੱਚ ਵੀ ਹੈਲਪ ਕਰਦੇ ਹੋਣਗੇ। ਮੇ ਆਊਟ ਕੰਪੀਟ ਡਰਟੀ ਵਨਸ, ਇਹਦਾ ਮਤਲਬ ਉਹਦੇ ਕਹਿਣ ਦਾ ਕਿ ਜਦੋਂ ਸਾਡੇ ਕੋਲ ਸਰਕਾਰ ਵੀ ਸਹੀ ਤਰੀਕੇ ਨਾਲ ਕੰਮ ਕਰ ਰਹੀ ਆ, ਲੋਕ ਵੀ ਆਪਣੇ এনवायरमेंट ਲੈ ਕੇ ਅਵੇਅਰ ਆ, ਤੇ ਜਿਹੜੀ ਚੰਗੇ ਬਿਜ਼ਨਸ ਹੈਗੇ ਆ ਉਹ ਕਹਿੰਦਾ ਡਰਟੀ ਬਿਜ਼ਨੈਸਿਸ ਨੂੰ ਆਊਟ ਕੰਪੀਟ ਕਰ ਸਕਦੇ ਆ, ਮੀਨਸ ਕਿ ਉਹਨਾਂ ਨੂੰ ਪਿੱਛੇ ਰੱਖ ਸਕਦੇ, ਆਪ ਅੱਗੇ ਚੱਲ ਸਕਦੇ ਆ। ਓਕੇ, ਬਟ ਦਾ ਰਿਵਰਸ ਇਜ਼ ਲਾਈਕਲੀ ਟੂ ਬੀ ਟਰੂ, ਪਰ ਕਹਿੰਦਾ ਇਹਦਾ ਓਪੋਜ਼ਿਟ ਵੀ ਟਰੂ ਹੋ ਸਕਦਾ ਆ। ਓਪੋਜ਼ਿਟ ਟਰੂ ਹੋਣ ਦਾ ਮਤਲਬ ਕੀ ਹੈਗਾ? ਕਿ ਜਿਹੜੇ ਡਰਟੀ ਬਿਜ਼ਨਸ ਆ ਉਹ ਵੀ ਇਸ ਤੋਂ ਉੱਪਰ ਜਾ ਸਕਦੇ ਆ। ਕਦੋਂ ਜਾਣਗੇ? ਵੈਨ ਰੈਗੂਲੇਸ਼ਨ ਇਜ਼ ਇਨਫੈਕਟਿਵ, ਜਦੋਂ ਕਿ ਇਹਦਾ ਮਤਲਬ ਕੀ ਹੈ ਸਰਕਾਰ ਦੀ ਜਿਹੜੀ ਰੈਗੂਲੇਸ਼ਨ ਸੀਗੀ ਉਹ ਇਨਫੈਕਟਿਵ ਹੋਊਗੀ। ਐਂਡ ਇਫ ਦਾ ਪਬਲਿਕ ਡਜ਼ਨਟ ਕੇਅਰ, ਤੇ ਜੇਕਰ ਪਬਲਿਕ ਕੇਅਰ ਨਹੀਂ ਕਰਦੀ, ਇਹਦਾ ਮਤਲਬ ਕੀ ਹੋ ਗਿਆ? ਕਿ ਜਦੋਂ ਕਹਿੰਦਾ ਨਾ ਲੋਕਾਂ ਨੂੰ ਪਰਵਾਹ ਹੈ ਨਾ ਸਰਕਾਰ ਨੂੰ ਪਰਵਾਹ ਆ, ਤੇ ਜਿਹੜੀਆਂ ਬੈਡ ਕੰਪਨੀਜ਼ ਆ ਉਹ ਅੱਗੇ ਨਿਕਲ ਜਾਣਗੀਆਂ। ਪਰ ਜੇਕਰ ਕਹਿੰਦਾ ਸਰਕਾਰ ਦੀ ਰੈਗੂਲੇਸ਼ਨ ਇਫੈਕਟਿਵ ਹੋਵੇ ਤੇ ਲੋਕ ਵੀ ਅਵੇਅਰ ਹੋਣ, ਤੇ ਫਿਰ ਕੀ ਹੋਊਗਾ? ਚੰਗੀਆਂ ਕੰਪਨੀਆਂ ਅੱਗੇ ਆ ਸਕਦੀਆਂ, ਜਿਹੜੀਆਂ ਮਾੜੀਆਂ ਕੰਪਨੀਆਂ ਜਿਹੜੀਆਂ এনवायरमेंट ਨੂੰ ਡੈਮੇਜ ਕਰਦੀਆਂ ਉਹ ਪਿੱਛੇ ਜਾਣਗੀਆਂ। ਚਲੋ ਹੁਣ ਆਪਾਂ ਆਈਏ ਕੁਐਸਚਨਸ ਦੇ ਉੱਤੇ ਸਟੂਡੈਂਟਸ। ਹੁਣ ਉਹਦੇ ਕਹਿਣ ਦਾ ਮੀਨਿੰਗ ਕੀ ਹੈਗਾ ਆ? ਇਹ ਹੁਣ ਦੇਖੋ ਲਿਖਿਆ ਤਾਂ ਕਿਤੇ ਵੀ ਨਹੀਂ ਹੈਗਾ ਇਹਨਾਂ ਵਿੱਚੋਂ ਕੋਈ ਵੀ ਵਰਡ, ਸਾਨੂੰ ਹੁਣ ਦਿਮਾਗ ਲਗਾਉਣਾ ਪੈਣਾ ਵੀ ਉਹਦੇ ਕਹਿਣ ਦਾ ਮੀਨਿੰਗ ਕੀ ਹੈਗਾ ਆ। ਕਿ ਵੱਡੀਆਂ ਕੰਪਨੀਆਂ ਲੋਕਾਂ ਨੂੰ ਹਾਰਮ ਕਰਦੀਆਂ, এনवायरमेंट ਨੂੰ ਹਾਰਮ ਕਰਦੀਆਂ ਪੈਸਾ ਕਮਾਉਣ ਦੇ ਲਈ, ਜਿਹਦਾ ਸਿੱਧਾ ਮਤਲਬ ਹੈਗਾ ਆ ਕਿ ਉਹ ਕਿਸੇ ਦੀ ਕੇਅਰ ਨਹੀਂ ਕਰਦੀਆਂ ਜੇਕਰ ਲੋਕ ਵੀ ਅਵੇਅਰ ਨਹੀਂ ਹੈਗੇ ਤੇ ਸਰਕਾਰ ਵੀ ਅਵੇਅਰ ਨਹੀਂ ਹੈਗੀ। ਇਟ ਮੀਨਸ ਕਿ ਉਹਨਾਂ ਨੂੰ ਆਪਣੇ ਪੈਸੇ ਨਾਲ ਮਤਲਬ ਆ, ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਕੋਈ ਮਤਲਬ ਨਹੀਂ ਹੈਗਾ। ਫੰਡਿੰਗ ਦੀ ਕਮੀ ਨਹੀਂ ਆਨਸਰ ਹੋ ਸਕਦਾ। ਇਹ ਦੋ ਆਪਸ਼ਨ ਮੈਂ ਇੱਥੇ ਰੱਖੇ ਸੀਗੇ। ਸੋ ਇਸ ਕਰਕੇ ਸਟੂਡੈਂਟ ਸਾਡਾ ਡੀ ਆਨਸਰ ਹੀ ਇੱਥੇ ਸੂਟ ਕਰੂਗਾ। ਇਹ ਪੈਰੇ ਨੂੰ ਅਗਰ ਆਪਾਂ ਪੂਰੇ ਨੂੰ ਸਮਝ ਲਿਆ ਆ ਤਾਂ ਠੀਕ ਹੈ ਜੀ। ਇਹ ਨਾ ਕਹੋ ਕਿ ਮੈਂ ਉਦਾਂ ਹੀ ਆਨਸਰ ਲਾ ਦਿੱਤਾ ਕਰੇ। ਠੀਕ ਹੈ ਜੀ।
ਹੁਣ ਚੱਲਦੇ ਹਾਂ ਅਗਲੇ ਕੁਐਸਚਨਸ ਦੇ ਉੱਤੇ। ਲੈਕ ਆਫ ਡੈਸ਼ ਬਾय ਗਵਰਨਮੈਂਟ, ਉਹਨੇ ਕਿਹਾ ਕਿ ਗਵਰਨਮੈਂਟ ਦੀ ਰੈਗੂਲੇਸ਼ਨ ਜੇਕਰ ਇਨਫੈਕਟਿਵ ਹੈਗੀ ਆ ਤੇ ਫਿਰ এনवायरमेंटल ਪ੍ਰੋਬਲਮਸ ਹੋਣਗੀਆਂ। ਜੇ ਕਹਿੰਦਾ ਇਫੈਕਟਿਵ ਹੈਗੀ ਆ ਤੇ ਚੰਗੀਆਂ ਕੰਪਨੀਆਂ ਅੱਗੇ ਜਾਣਗੀਆਂ। ਹੁਣ ਇਹਦਾ ਮੀਨਿੰਗ ਕੀ ਹੋ ਗਿਆ ਕਿ ਸਰਕਾਰ ਦਾ ਤਾਂ ਫਿਰ ਕੰਟਰੋਲ ਹੀ ਹੋਇਆ, ਸਰਕਾਰ ਦਾ ਤਾਂ ਕੰਟਰੋਲ ਹੀ ਹੋਊਗਾ ਉਹਦੇ ਉੱਤੇ, ਹੋਰ ਤਾਂ ਕੋਈ ਆਪਸ਼ਨ ਨਹੀਂ ਬਣਦਾ ਇਹਦੇ ਵਿੱਚ। ਇਨਵੋਲਵਮੈਂਟ ਤਾਂ ਨਹੀਂ ਬਣਦੀ, ਇਨਵੋਲਵਮੈਂਟ ਤਾਂ ਲੋਕਾਂ ਦੀ ਹੋਣੀ ਆ। ਸੋ ਇਸ ਕਰਕੇ ਸਟੂਡੈਂਟ ਇੱਥੇ ਡੈਫੀਨੇਟਲੀ ਜਿਹੜਾ ਕੰਟਰੋਲ ਆਨਸਰ ਬਣੂਗਾ, ਕਿਉਂਕਿ ਉਹ ਕਹਿ ਰਿਹਾ ਕਿ ਸਰਕਾਰ ਦੀ ਰੈਗੂਲੇਸ਼ਨ ਇਜ਼ ਇਫੈਕਟਿਵ ਐਂਡ ਰੈਗੂਲੇਸ਼ਨ ਇਜ਼ ਇਨਫੈਕਟਿਵ। ਜੇਕਰ ਇਨਫੈਕਟਿਵ ਆ ਫਿਰ ਪਬਲਿਕ এনवायरमेंटल ਪ੍ਰੋਬਲਮਸ ਹੋਣਗੀਆਂ। ਆਪਾਂ ਨੈਗੇਟਿਵ ਲੱਭਦੇ ਪਏ, ਇਸ ਕਰਕੇ ਸਾਡਾ ਆਨਸਰ ਇੱਥੋਂ ਬਣਦਾ ਪਿਆ ਆ ਕਿ ਸਰਕਾਰ ਦਾ ਜੇਕਰ ਕੰਟਰੋਲ ਦੀ ਕਮੀ ਆ ਤੇ ਪਬਲਿਕ ਦੇ ਇੰਟਰਸਟ ਦੀ ਜੇਕਰ ਪਬਲਿਕ ਕੇਅਰ ਨਹੀਂ ਕਰਦੀ ਦੈਨ ਫਿਰ ਲੀਡ ਟੂ এনवायरमेंट, ਫਿਰ এনवायरमेंटल ਪ੍ਰੋਬਲਮਸ ਹੁੰਦੀਆਂ। ਹੁਣ ਪਬਲਿਕ ਕੇਅਰ ਨਹੀਂ ਕਰਦੀ ਤਾਂ ਇਹਦੇ ਵਿੱਚੋਂ ਕਿਹੜਾ ਸੂਟ ਕਰਦਾ ਹੈ? ਅਗਰ ਆਪਾਂ ਦੇਖੀਏ, ਦੇਖੋ ਸਾਰੇ ਆਪਸ਼ਨ ਤੁਸੀਂ ਪੜ੍ਹ ਕੇ ਦੇਖ ਲਓ, ਪਬਲਿਕ ਦੀ ਇਨਵੋਲਵਮੈਂਟ ਹੀ ਸੂਟ ਕਰਨਾ ਇੱਥੇ। ਸੋ ਇਸ ਕਰਕੇ ਅਸੀਂ ਕੀ ਕਵਾਂਗੇ ਕਿ ਜੇਕਰ ਪਬਲਿਕ ਦੀ ਇਨਵੋਲਵਮੈਂਟ ਨਹੀਂ ਹੈਗੀ ਤੇ ਦੈਨ ਫਿਰ এনवायरमेंटल ਪ੍ਰੋਬਲਮਸ ਹੋਣੀਆਂ ਹੀ ਹੋਣੀਆਂ ਆ। ਇੱਥੇ ਸਟੂਡੈਂਟ ਸਾਡਾ ਈ ਆਨਸਰ ਬਣ ਗਿਆ, ਇੱਥੇ ਜਿਹੜਾ ਐਫ ਬਣ ਗਿਆ, ਮੈਂ ਲਿਖ ਹੀ ਦਿੱਤਾ ਆ। ਤੇ ਹੁਣ ਅਗਰ ਆਪਾਂ ਦੇਖੀਏ ਤਾਂ ਫਿਰ ਹੋ ਕੀ ਜਾਊਗਾ, ਕਹਿੰਦਾ ਇਹਦੇ ਨਾਲ ਹੋਣਾ ਕੀ ਆ, ਉਹਨੇ ਪਿੱਛੇ ਹੀ ਦੱਸਿਆ ਹੈਗਾ ਸਟੂਡੈਂਟ ਵੀ ਹੁਣ ਪ੍ਰੋਬਲਮਸ ਕਿੱਦਾਂ ਕਿੱਦਾਂ ਦੀਆਂ। ਬਾਈ ਡੈਮੇਜਿੰਗ ਦਾ এনवायरमेंट ਹਰਟਿੰਗ ਪੀਪਲ ਦੈਟ ਇਜ਼ ਸਟਿਲ ਦਾ ਕੇਸ ਟੂਡੇ ਫॉर ਫਿਸ਼ਰਮੈਨ। ਕਹਿੰਦਾ ਇਹੀ ਸੇਮ ਕਹਾਣੀ ਆ ਵੀ ਕਿਹੜੀਆਂ ਕੰਪਨੀਆਂ ਡੈਮੇਜ ਕਰਦੀਆਂ এনवायरमेंट ਐਂਡ ਪੀਪਲ ਨੂੰ। ਸੇਮ ਕਹਾਣੀ ਕਹਿੰਦਾ ਫਿਸ਼ਰਮੈਨ ਇੰਡਸਟਰੀ ਦੇ ਵਿੱਚ ਆ, ਜਿਹੜੀ ਅਨਮੈਨੇਜਡ ਫਿਸ਼ਰੀ ਆ ਵਿਦਆਊਟ ਕੋਟਾ, ਕੋਈ ਕੋਟਾ ਨਹੀਂ ਹੈਗਾ ਉਹਨਾਂ ਨੂੰ ਦਿੱਤਾ ਵੀ ਕਿੰਨਾ ਕਰਨਾ ਜਾਂ ਕਿੰਨਾ ਨਹੀਂ ਕਰਨਾ। ਸੋ ਪਹਿਲੀ এনवायरमेंटल ਪ੍ਰੋਬਲਮ ਇਹ ਆ ਕਿ ਓਵਰ ਫਿਸ਼ਿੰਗ ਫਿਰ ਹੋਊਗੀ ਜਦੋਂ ਉਹਨਾਂ ਦਾ ਕੋਟਾ ਨਿਰਧਾਰਿਤ ਨਹੀਂ ਹੋਊਗਾ। ਇਹਦਾ ਮਤਲਬ ਕੀ ਆ ਕਿ ਉਹ ਜ਼ਿਆਦਾ ਫਿਸ਼ਿੰਗ ਕਰ ਲੈਣਗੇ, ਜ਼ਿਆਦਾ ਮੱਛੀਆਂ ਮਾਰ ਕੇ ਲੈ ਜਾਣਗੇ, ਉਹਦੇ ਨਾਲ ਕੀ ਹੈ ਦੁਬਾਰਾ ਬਰੀਡਿੰਗ ਹੋਣੀ ਨਹੀਂ ਹੈਗੀ। ਇਸ ਕਰਕੇ ਸਟੂਡੈਂਟ ਸੱਚ ਐਸ ਦੀ ਜਗ੍ਹਾ ਤੇ ਤਾਂ ਆਪਾਂ ਲਾ ਦਾਂਗੇ ਓਵਰ ਫਿਸ਼ਿੰਗ, ਜਿਹਨੂੰ ਆਪਾਂ ਕਹਿੰਦੇ ਐਚ ਆਪਸ਼ਨ। ਠੀਕ ਹੈ ਜੀ, ਇੱਥੇ ਐਚ ਆ ਜਾਊਗਾ। ਤੇ ਡਿਸਟਰਕਸ਼ਨ ਆਫ ਕਾਦੀ ਹੋਣੀ ਆ, ਕਹਿੰਦਾ ਲੌਗਿੰਗ ਹੁੰਦੀ ਆ, ਦਰਖਤ ਕੱਟ ਰਹੇ ਆ। ਇਹਦਾ ਮਤਲਬ ਕਿ ਸਾਡਾ ਇੱਥੇ ਜਿਹੜਾ ਆਨਸਰ ਆ ਉਹ ਕਿਹੜਾ ਬਣ ਜਾਣਾ ਸਟੂਡੈਂਟ, ਟਰੀਜ਼ ਵਾਲਾ ਬੀ ਆਨਸਰ। ਸੋ ਇਹ ਸੀਗੇ ਅੱਜ ਦੇ ਆਪਸ਼ਨਸ। ਹੁਣ ਕਹਿਣ ਦਾ ਮੇਰਾ ਮਤਲਬ ਕੀ ਆ ਕਿ ਅਸੀਂ ਗਲਤੀ ਕਿਉਂ ਕਰਦੇ ਆ? ਗਲਤੀ ਤਾਂ ਕਰਦੇ ਆ ਕਿ ਅਸੀਂ ਆਹ ਚੀਜ਼ਾਂ ਤੇ ਇਹਨੂੰ ਸਿੱਧਾ ਸਿੱਧਾ ਉਧਰ ਲੱਭਣ ਦੀ ਕੋਸ਼ਿਸ਼ ਕਰਦੇ ਆ, ਜਦ ਕਿ ਐਗਜ਼ਾਮੀਨਰ ਨੇ ਇਹ ਚੀਜ਼ ਇੱਧਰ ਨਹੀਂ ਦਿੱਤੀ। ਇਹ ਸਾਨੂੰ ਸਮਝਣਾ ਪੈਣਾ। ਦੇਖੋ ਕਿੱਦਾਂ ਚੀਜ਼ਾਂ ਉਹਨੂੰ ਉੱਪਰ ਨੀਚੇ ਕੀਤੀਆਂ ਸੀਗੀਆਂ, ਉਹਨੇ ਇਫੈਕਟ ਪਹਿਲਾਂ ਹੀ ਦੱਸ ਦਿੱਤੇ। ਠੀਕ ਹੈ ਜੀ, ਗਵਰਨਮੈਂਟ ਦਾ ਕੰਟਰੋਲ, ਪਬਲਿਕ ਦੀ ਅਵੇਅਰਨੈਸ ਬਾਅਦ ਚ ਦੱਸਿਆ। ਆਹ ਵਾਲੀ ਚੀਜ਼ ਉਹਨੇ ਅੱਗੇ ਪਿੱਛੇ ਲਿਖੀ ਸੀਗੀ। ਸੋ ਇਹ ਮੈਨੂੰ ਲੱਗਦਾ ਹੁੰਦਾ ਕਿ ਤਰੀਕਾ ਥੋੜਾ ਜਿਹਾ ਔਖਾ ਆ, ਬਟ ਇਹ ਉਦੋਂ ਯੂਜ਼ ਕਰਨਾ ਪੈਣਾ ਜਦੋਂ ਸਾਡੇ ਸਿੱਧੇ ਸਿੱਧੇ ਆਨਸਰ ਨਹੀਂ ਲੱਗਦੇ। ਠੀਕ ਹੈ, ਸੋ ਅੱਜ ਦਾ ਹੋਪ ਆ ਕਿ ਮੈਨੂੰ ਲੱਗਦਾ ਕਿ ਤੁਹਾਨੂੰ ਆਨਸਰ ਲੱਭੇ ਹੋਣਗੇ ਜਿਸ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਅਗਰ ਮੇਰੀ ਗੱਲ ਕਰੋ ਤਾਂ ਮੈਂ ਪਹਿਲਾ ਤਰੀਕਾ ਹੀ ਯੂਜ਼ ਕਰਦਾ ਹੁੰਦਾ ਜ਼ਿਆਦਾਤਰ, ਕਿਉਂਕਿ ਉਹਦੇ ਨਾਲ ਆਪਸ਼ਨ ਬਹੁਤ ਘੱਟ ਜਾਂਦੇ, ਆਨਸਰ ਲਾਉਣਾ ਈਜ਼ੀ ਹੋ ਜਾਊਗਾ। ਅਗਰ ਤੁਹਾਡੇ ਤੋਂ ਉਦਾਂ ਨਹੀਂ ਲੱਗ ਰਹੇ ਫਿਰ ਵੀ ਤੁਸੀਂ ਆਪਸ਼ਨਸ ਨੂੰ ਇੱਥੇ ਲੱਭ ਕੇ, ਮੰਨ ਲਓ ਤੁਹਾਡੇ ਤੋਂ 2 ਆਪਸ਼ਨ ਆ ਗਏ ਇੱਕ ਕੁਐਸਚਨ ਦੇ, ਇੱਧਰ ਜਾ ਕੇ ਸਟੱਡੀ ਕਰੋ, ਤੁਹਾਨੂੰ ਕਲੀਅਰ ਹੋ ਜਾਣਾ ਵੀ ਕਿਹੜਾ ਜ਼ਿਆਦਾ ਸੂਟੇਬਲ ਆ, ਉਹ ਆਨਸਰ ਲੱਗ ਜਾਊਗਾ।